ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਵੈਲਕਮ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। 29 ਨੂੰ ਲੋਕ ਸਭਾ ਦੇ ਵਿੱਚ ਕੀਤੇ ਜਾਣਗੇ ਇਹ ਰੱਦ। ਕੈਪਟਨ ਨੇ ਕੀਤਾ ਖੁਸ਼ੀ ਦਾ ਹਜ਼ਾਰ, ਕਿਉਂਕਿ ਸਵੇਰ ਤੋਂ ਖਬਰਾਂ ਪੜ੍ਹ ਰਹੇ ਹਾਂ ਕਾਫੀ ਲੰਬੀ ਚੌੜੀਆਂ। ਕੇਂਦਰੀ ਕੈਬਨਿਟ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮਨਜ਼ੂਰੀ। ਉਹ ਤਾਂ ਪਤਾ ਸੀ, ਕਿਉਂਕਿ ਹਾਥੀ ਕੇ ਪਾँव में ਸਭ ਕਾ ਪਾँव। ਕੀ ਕਹਿਣਾ ਚਾਹੋਗੇ? ਇੱਥੋਂ ਤੱਕ 3 ਖੇਤੀ ਕਾਨੂੰਨਾਂ ਦੀ ਗੱਲ ਹੈ ਜੀ, ਉਹ ਤੇ ਲਗਭਗ ਹੁਣ ਫਾਈਨਲ ਹੋ ਗਿਆ ਕਿ ਉਹ ਰੱਦ ਹੋ ਜਾਣੀ। ਪ੍ਰਕਿਰਿਆ ਇਹੀ ਬਣਦੀ ਸੀ ਵੀ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਕੈਬਨਿਟ ਦੇ ਵਿੱਚ ਸਿਫਾਰਿਸ਼ ਕੀਤੀ ਆ, ਉਸੇ ਤਰ੍ਹਾਂ ਇਹ ਰੱਦ ਕੀਤੇ ਜਾਣ। ਤੇ ਬਕਾਇਦਾ ਤੌਰ ਤੇ ਕੱਲ ਅਨੁਰਾਗ ਠਾਕੁਰ ਜਿਹੜੇ ਕੇਂਦਰੀ ਮੰਤਰੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਅਸੀਂ ਇਹ ਕਾਨੂੰਨ ਅੱਜ ਕੈਬਨਿਟ 'ਚ ਰੱਦ ਕਰ ਦਿੱਤੇ। ਉਹਨਾਂ ਇਹ ਵੀ ਦੱਸਿਆ ਵੀ 29 ਤਰੀਕ ਨੂੰ ਲੋਕ ਸਭਾ ਦੇ ਵਿੱਚ ਇਹ ਜਿਹੜੇ ਬਿੱਲ ਰੱਦ ਦੇ ਪੇਸ਼ ਕੀਤੇ ਜਾਣਗੇ ਤੇ ਉੱਥੋਂ ਪ੍ਰਵਾਨਗੀ ਤੋਂ ਬਾਅਦ ਰਾਜ ਸਭਾ ਤੇ ਰਾਜ ਸਭਾ ਤੋਂ ਬਾਅਦ ਰਾਸ਼ਟਰਪਤੀ ਕੋਲ ਜਾ ਕੇ ਬਿੱਲ ਹਮੇਸ਼ਾ ਲਈ ਖਤਮ ਕਰ ਦਿੱਤੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਮੈਂ ਬੜੇ ਦਰਦਿਆਂ ਪਿੱਛੇ ਪਿਆ ਸੀ, ਮੈਂ ਜਾ ਕੇ ਦੁਪਾਲ ਸਾਹਿਬ ਨੂੰ ਮਿਲਿਆ, ਮੈਂ ਜਾ ਕੇ ਗ੍ਰਹਿ ਮੰਤਰੀ ਨੂੰ ਮਿਲਿਆ, ਮੈਂ ਜਾ ਕੇ ਸਭ ਨੂੰ ਮਿਲਿਆ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ। ਤੇ ਉਹਨਾਂ ਨੇ ਕਿਹਾ ਜੀ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਗਏ ਨੇ, ਇੱਥੇ ਖੁਸ਼ੀ ਦਾ ਇਜ਼ਹਾਰ ਕਰਨਾ ਸੀਗਾ ਸਾਨੂੰ, ਅਸੀਂ ਬੜੀ ਦੇਰ ਦੇ ਲੱਗੇ ਸੀਗੇ। ਔਰ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਕਿਸਾਨ ਵੀਰਾਂ ਨੂੰ ਉੱਥੇ ਬਹਿਣ ਦੀ ਲੋੜ ਨਹੀਂ, ਹੁਣ ਆਪਣੇ ਘਰਾਂ ਨੂੰ ਵਾਪਸ ਆ ਜਾ। ਵਾਹ ਜੀ ਵਾਹ, ਵਾਹ ਜੀ। ਤੇ ਹੁਣ ਕੈਪਟਨ ਸਾਹਿਬ ਨਾਲ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਜੋ ਕੁਝ ਮੋਦੀ ਸਾਹਿਬ ਨੇ ਕਰਤਾ, ਹੁਣ ਜਾ ਕੇ ਮੈਂ ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ ਬੀਜੇਪੀ ਦੇ ਹੱਕ 'ਚ ਪ੍ਰਚਾਰ ਕਰੂੰਗਾ। ਵਾਹ ਜੀ ਵਾਹ, ਵਾਹ ਜੀ ਵਾਹ, ਪਤਾ ਹੀ ਸੀ। ਤੇ ਕਰਨਾ ਵੀ ਚਾਹੀਦਾ ਜੀ, ਕੋਈ ਗੱਲ ਹੱਕ ਬਣਦਾ ਵਾ। ਜਿਹਨਾਂ ਨੇ 4.5 ਸਾਲ ਕਵਾਇਆ ਨਹੀਂ, ਤੁਹਾਡੇ ਤੇ ਈਡੀ ਦੇ ਰੇਡ ਕੀਤੇ, ਲੇਕਿਨ ਕੱਖ ਨਹੀਂ ਕੀਤਾ ਉਹਨਾਂ ਨੇ। ਵੀ ਠੀਕ ਹੈ ਜੀ, ਕੋਈ ਗੱਲ ਨਹੀਂ, ਕੈਪਟਨ ਸਾਹਿਬ ਆਪਣੇ ਬੰਦੇ ਹੈਗੇ, ਜਾਣਦੇ ਹੋ ਗੁੱਸੇ। ਇੱਕ ਮਸ਼ੀਨ ਆ ਜੀ ਬੜੀ ਵਧੀਆ ਉਹਨਾਂ ਕੋਲ, ਬੀਜੇਪੀ ਵਾਲਿਆਂ ਕੋਲ। ਜਿਹੜਾ ਬੰਦਾ ਜਿੰਨਾ ਮਰਜ਼ੀ ਦਾਗੀ ਹੋਵੇ, ਜਿੰਨੇ ਮਰਜ਼ੀ ਦੋਸ਼ ਨੂੰ ਮਸ਼ੀਨ ਚ ਪਾ ਕੇ ਇੱਧਰ ਦੀ ਪਾਸੇ ਦੀ ਕੱਲ ਇਹਨੂੰ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ। ਇੱਕੋ ਡੁਬਕੀ ਲਾਉਣੀ ਆ ਜੀ, ਇੱਕੋ ਡੁਬਕੀ ਲਾਉਣੀ ਆ, ਔਖੇ ਸੌਖੇ ਡੁਬਕੀ ਲਾ ਲਓ, ਮੁੜ ਕੇ ਤੁਹਾਨੂੰ ਕੋਈ ਨਹੀਂ ਪੁੱਛੇਗਾ ਭਾਵੇਂ ਤੁਸੀਂ 10 ਕਤਲ ਵੀ ਕੀਤੇ ਹੋ। ਹੁਣ ਤੁਹਾਡੇ ਸਾਹਮਣੇ ਆ ਅਜੇ ਮਿਛੜਾ ਟੈਣੀ ਦੀ ਗੱਲ, ਕੰਧ ਤੇ ਲਿਖਿਆ ਸੱਚ ਆ, ਉਹਦੀ ਸ਼ਹਿ ਤੇ ਸਭ ਕੁਛ ਹੋਇਆ, 120 ਵਿੱਚ ਇਨਵੋਲਵ ਹੋ, ਲੇਕਿਨ ਨਹੀਂ, ਉਹ ਠੀਕ ਹੈ ਜੀ, ਸਾਡੇ ਵਾਸਤੇ ਬੜਾ ਵਧੀਆ ਬੰਦਾ ਸੀ। ਤੇ ਬਕਾਇਦਾ ਤੌਰ ਤੇ ਸਾਡੇ ਸ਼ਾਹ ਜੀ ਕਹਿੰਦੇ ਜਾ ਕੇ ਉੱਥੇ ਯੂਪੀ ਦੇ ਵਿੱਚ ਕਿ ਯੂਪੀ ਦੇ 75 ਜ਼ਿਲ੍ਹੇ ਤੇ ਹਰ ਜ਼ਿਲ੍ਹੇ ਦੇ ਵਿੱਚ 2-3 ਜਿਹੜੇ ਬਾਹੂਬਲੀ ਹੁੰਦੇ ਸੀ। ਜਦੋਂ ਦੀ ਯੋਗੀ ਸਰਕਾਰੀ ਉਹ ਬਾਹੂਬਲੀ ਅਧਿਕਸ਼ ਹੋ ਗਿਆ। ਤੇ ਪਿਛਲੇ ਪਾਸੇ ਅਜੇ ਟਿਆਣੀ ਸਾਹਿਬ ਖੜੇ ਸੀ, ਜਿਹੜੇ ਕਹਿੰਦੇ ਸੀ ਵੀ ਮੇਰਾ ਪਿਛੋਕੜ ਨਹੀਂ ਜਾਣਦੇ ਤੁਸੀਂ, ਜੇ ਜਾਣਦੇ ਹੁੰਦੇ ਤਾਂ ਤੁਸੀਂ ਇਹੋ ਜਿਹੀ ਗੱਲ ਨਾ ਕਰਦੇ ਕੋਈ। ਇਸ ਕਰਕੇ ਕੈਪਟਨ ਸਾਹਿਬ ਨੂੰ ਵਧਾਈਆਂ, ਉਹ ਜਾ ਕੇ ਬੀਜੇਪੀ ਦੇ ਹੱਕ 'ਚ ਪ੍ਰਚਾਰ ਕਰਨ। ਉਸ ਕਾਂਗਰਸ ਨੂੰ, ਜਿਸ ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ, ਮੁੱਖ ਮੰਤਰੀਆਂ ਦਿੱਤੀਆਂ, ਬੜੇ ਬੜੇ ਅਹੁਦੇ ਦਿੱਤੇ, ਐਮਪੀਸ਼ਿਪ ਦਿੱਤੀ, ਉਹਨੂੰ ਜਾ ਕੇ ਕੀ ਕਹਿ ਕੇ ਗਾਲਾਂ ਕੱਢਣਗੇ, ਸਾਨੂੰ ਸਮਝ ਨਹੀਂ ਆ ਰਹੀ। ਬਿਲਕੁਲ ਬਿਲਕੁਲ ਬਿਲਕੁਲ। ਕਿਹੜਾ ਜਾਂ ਤੇ ਹੁਣ ਸਿੱਧੂ ਬਣੂਗਾ, ਨਵਜੋਤ ਸਿੱਧੂ ਦਾ ਫਿਰ ਕਿਤੇ ਝੂਠਾ ਉਦਾਂ ਦੀ ਸਪੀਚ ਤੇ ਕਰਨੋਂ ਰਹੇ, ਉਦਾਂ ਦੇ ਠੋਕੋ ਤਾਲੀ ਤੇ ਮਾਰਨੋਂ ਰਹੇ। ਹੁਣ ਬਿੱਲੀ ਥੈਲੇ 'ਚੋਂ ਬਾਹਰ ਆਈ ਹੈ, ਥੈਲੀ ਬਿੱਲੇ 'ਚੋਂ ਬਾਹਰ ਆਈ ਹੈ, ਕੰਮ ਪਤਾ ਨਹੀਂ ਲੱਗਦਾ ਵੀ ਰਾਜਨੀਤੀ ਦਾ ਧਰਮ ਕੀ ਹੈ। ਸ਼ੇਕਸਪੀਅਰ ਦੀ ਉਹ ਜੋ ਉਦਾਹਰਣੀ ਇੱਥੇ ਦੇਣਾ ਚਾਹੁੰਦਾ, ਕੀ ਕਰੀਏ, ਕੁਛ ਸਮਝ ਨਹੀਂ ਆਉਂਦਾ। ਕਿੱਥੇ ਗਏ ਵੀ ਟਕਸਾਲੀ ਕਾਂਗਰਸੀ ਉਹ ਜਿਹੜੇ ਗੁਣ ਗਾਉਂਦੇ ਹੁੰਦੇ ਹੈਗੇ ਵੀ ਕੈਪਟਨ ਵਰਗਾ ਬੰਦਾ ਹੀ ਨਹੀਂ। ਕਮਲ ਜੀ ਹਾਂ ਆਇਓ ਜਰਾ ਕੁ। ਇਹ ਆਂਖੇ ਦੋ ਜਹਾਂ, ਵਾਹ ਜੀ ਵਾਹ। 14 ਸਾਲ ਦੀ ਬੱਚੀ ਕਰ ਗਈ 2 ਜ਼ਿੰਦਗੀਆਂ ਰੌਸ਼ਨ। ਕੱਲ ਇੱਕ ਖਬਰ ਹੋਰ ਇਹੋ ਜਿਹੀ ਸੀਗੀ ਕਿ ਇੱਕ ਬਾਪ ਦੀ ਜਿਹੜੀਆਂ ਨਾ ਉਹ ਕਿਡਨੀਆਂ ਜਿਹੜੀਆਂ ਸੀਗੀਆਂ ਖਰਾਬ ਹੋ ਗਈਆਂ, ਗੁਰਦੇ। ਤੇ ਬੱਚਾ ਨੌਜਵਾਨ ਮੁੰਡਾ ਕਹਿੰਦਾ ਕਿ ਮੈਂ ਕੋਈ ਬਾਹਰੋਂ ਦੇ ਨਹੀਂ ਸਕਦੇ, ਤੁਹਾਨੂੰ ਪਤਾ ਕਾਨੂੰਨ ਹੈ, ਪਰ ਉੱਥੇ ਜੋਰਾਵਰਾਂ ਦਾ 100 ਜਿਨ੍ਹਾਂ ਨੇ ਕਰਨਾ ਕਰ ਹੀ ਜਾਂਦੇ ਆ। ਜੀ। ਤੇ ਉਹ ਸਾਡੇ ਤੁਹਾਡੇ ਵਾਸਤੇ ਕਾਨੂੰਨ ਹੁੰਦੇ ਨੇ ਜਿਨ੍ਹਾਂ ਦਾ ਕੰਮ ਚੱਲਦਾ, ਉੱਥੇ ਸਭ ਕੁਝ ਚੱਲਦਾ ਉੱਥੇ। ਉਹ ਕਹਿੰਦੇ ਕਿ
ਬੇਟਾ ਕਹਿੰਦਾ ਕਿ ਮੈਂ ਦੇ ਦੇਣਾ, ਪਰ ਕਿਸੇ ਨੇ ਵਹਿਮ ਪਾਤਾ ਵੀ ਜੇ ਇਹਨੇ ਦਿੱਤੇ ਤੇ ਇਹਦੀ ਵੀ ਜਾਨ ਜਾ ਸਕਦੀ ਹੈ, ਤੇ ਉਹ ਬਾਪ ਨੇ ਸੁਸਾਈਡ ਕਰ ਲਿਆ ਵੀ ਨਹੀਂ, ਮੇਰਾ ਬੱਚਾ ਜੇ ਇਹ ਸੋਚਦਾ ਤੇ ਮੈਂ ਇਹਨੂੰ ਕੋਈ ਹੱਕ ਨਹੀਂ ਹੈ, ਮੇਰਾ ਬੱਚਾ ਜਿੰਦਾ ਰਵੇ, ਮੇਰਾ ਮੁੰਡਾ ਜਿੰਦਾ ਰਵੇ। 14 ਸਾਲ ਦੀ ਬੱਚੀ 2 ਜ਼ਿੰਦਗੀਆਂ ਰੋਸ਼ਨ ਕਰਕੇ ਗਈ ਹੈ। ਬੰਦਿਆਂ ਦੇ ਜਿਹੜੇ ਅੰਗ ਨੇ ਇਹ ਕੰਮ ਆਉਂਦੇ ਨੇ। ਸਾਡੇ ਇੱਥੇ ਕੈਨੇਡਾ ਦੇ ਵਿੱਚ ਅੰਗ ਦਾਨ, ਜਦੋਂ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣ ਜਾਂਦੇ ਜਾਂ ਆਪਣੇ ਓਹਿਪ ਕਾਰਡ ਬਣਾਉਣ ਜਾਂਦੇ ਆ, ਹੈਲਥ ਕਾਰਡ ਜਿਹਨੂੰ ਕਹਿੰਦੇ, ਸਾਡੇ ਇੱਥੇ ਹੈਗਾ, ਜਿਹਨੂੰ ਦਿਖਾ ਕੇ ਸਾਨੂੰ ਡਾਕਟਰ ਚੈੱਕਅਪ ਕਰਦਾ ਤੇ ਸਰਕਾਰ ਕੋ ਉਹ ਆਪਣੀ ਬਿੱਲ ਲੈਂਦਾ ਵੀ ਸਾਡੇ ਕੋਲ ਇਸ ਨੰਬਰ ਦਾ ਪੇਸ਼ੈਂਟ ਆਇਆ, ਤੇ ਸਰਕਾਰ ਉਹਨੂੰ ਪੇ ਕਰਦੀ। ਸਾਡੀ ਜਿਹੜੀ ਵਿਜ਼ਿਟਿੰਗ ਹੁੰਦੀ ਹੈ, ਸਾਡੀ ਜਿਹੜੀ ਮੈਡੀਕਲ ਚੈੱਕਅਪ ਹੁੰਦੀ ਹੈ ਜੀ, ਉਹ ਮਤਲਬ ਮੈਡੀਕਲ ਚੈੱਕਅਪ ਫ੍ਰੀ ਹੈ, ਪਰ ਕਈਆਂ ਕੰਪਨੀਆਂ 'ਚ ਬੰਦੇ ਕੰਮ ਕਰਦੇ ਨੇ, ਉਹਨਾਂ ਦੇ ਫੁੱਲ ਬੈਨੀਫਿਟ ਹੁੰਦੇ ਨੇ, ਉੱਥੋਂ ਉਹਨਾਂ ਨੂੰ ਮੈਡੀਸਨ ਵੀ ਮਿਲ ਜਾਂਦੀ ਹੈ, ਪਰ ਕਈਆਂ ਨੂੰ ਬਾਏ ਕਰਨੀ ਪੈਂਦੀ ਹੈ, ਕੋਈ ਵੱਖਰੀ ਗੱਲ ਹੈ, ਜਿਹੜੇ ਪ੍ਰਾਈਵੇਟ ਬਿਜ਼ਨਸ ਕਰਦੇ ਨੇ ਲਾਈਕ ਸਾਡੇ ਵਰਗੇ। ਪਰ ਚੈੱਕਅਪ ਜਿਹੜੀ ਡਾਕਟਰ ਉਹ ਫ੍ਰੀ, ਪਰ ਕਈ ਚੰਗੇ ਡਾਕਟਰ ਨੇ, ਉਹਨਾਂ ਕੋਲ ਮਤਲਬ ਉਹ ਹੁੰਦੀਆਂ ਨੇ ਆਪਣੇ ਸੈਂਪਲ ਹੁੰਦੇ ਨੇ, ਉਹ ਵੀ ਦੇ ਦਿੰਦੇ ਨੇ। ਖੈਰ, ਗੱਲ ਨੂੰ ਗਾਂਹ ਤੋਰਦੇ ਹੋਏ ਉੱਥੇ ਹਰ ਕੋ ਲਿਆ ਜਾਂਦਾ ਕਿ ਤੁਸੀਂ ਦਾਨ ਕਰਨੇ ਨੇ। ਤੇ ਪਹਿਲਾਂ ਤਾਂ ਸਾਰੇ ਬੰਦੇ ਸੋਚਦੇ ਸੀ ਕਿ ਪਤਾ ਨਹੀਂ ਜ਼ਿੰਦਗੀ ਚੱਲ ਗਈ ਤੇ ਅੱਖਾਂ ਨਾ ਹੋਈਆਂ ਤੇ ਪਤਾ ਨਹੀਂ ਮਤਲਬ ਦੇ ਵਿੱਚ ਅੰਨੇ ਭੜਕਦੇ ਫਿਰਾਂਗੇ ਹਨ, ਪਰ ਪਤਾ ਨਹੀਂ 60 ਤੇ ਸਾਰਾ ਕੋਈ ਇੱਥੇ ਜਾਣਾ। ਤੇ ਜੇ ਗੁਰਦੇ ਨਾ ਹੋਏ, ਜੇ ਕਿਡਨੀ ਨਾ ਹੋਏ, ਤੇ ਖਾਵਾਂਗੇ ਕੀ, ਪਚਾਵਾਂਗੇ ਕਿਵੇਂ? ਪਰ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਲੋਕਾਂ ਦੀ ਜਾਗਰਤੀ ਆ ਗਈ ਹੈ, ਕਾਫੀ ਵੱਡੀ ਤਾਦਾਦ ਵਿੱਚ ਲੋਕ ਇਹ ਦਾਨ ਕਰਦੇ ਨੇ, ਅੰਗ ਦਾਨ, ਤੇ ਲੋਕਾਂ ਦੀ ਜ਼ਿੰਦਗੀ ਬਚਦੀ ਹੈ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਤੁਸੀਂ ਗੱਲ ਕੀਤੀ ਜੀ, ਉਹ ਵਿਅਕਤੀ ਨੇ ਜਿਹੜਾ ਸੀ ਤਲਾਸ਼ ਛਾਲ ਮਾਰ ਕੇ ਆਪਣੀ ਜਿਹੜੀ ਤਲਾਸ਼ ਛਾਲ ਮਾਰ ਕੇ ਬਕਾਇਦਾ ਤੌਰ ਤੇ ਲਿਖਿਆ ਸੀ ਉਹਨੇ ਵੀ ਮੈਂ ਇਸ ਕਰਕੇ ਕਰ ਸਕਾਂ ਕਿ ਮੇਰੇ ਆਪਣੇ ਬੱਚੇ ਦੀ ਜ਼ਿੰਦਗੀ ਜਿਹੜੀ ਖਤਰੇ ਨਾ ਪਵੇ, ਮੇਰੀ ਤੇ ਖਤਰੇ 'ਚ ਹੈਗੀ ਜੀ। ਦੋਵਾਂ ਪਿਓ ਪੁੱਤਾਂ ਦਾ ਸੈਕਰੀਫਾਈਸ ਦੇਖੋ ਕਿੱਡਾ ਦਾ। ਬਿਲਕੁਲ। ਹੁਣ ਆਪਾਂ ਚੱਲਦੇ ਹਾਂ ਜੀ ਫਾਜ਼ਿਲਕਾ ਦੀ ਇੱਕ ਖੁਸ਼ੀ ਬੱਬਰ ਨਾਂ ਦੀ ਲੜਕੀ ਹੈ, 12 ਸਾਲ ਦੀ। ਇਹ ਬਾਥਰੂਮ 'ਚ ਨਹਾਉਣ ਗਈ, ਡਿੱਗ ਪਈ, ਸੱਟ ਲੱਗੀ, ਬੇਹੋਸ਼ ਹੋ ਗਈ। ਬੇਹੋਸ਼ ਨੂੰ ਜਿਹੜਾ ਸੀ ਬਾਥਰੂਮ 'ਚੋਂ ਕੱਢਿਆ, ਹਸਪੀਟਲ ਲੈ ਕੇ ਡਾਕਟਰਾਂ ਬੜੀ ਜਦੋਜਹਿਦ ਕੀਤੀ, ਲੇਕਿਨ ਉਹਨੂੰ ਬਚਾ ਨਹੀਂ ਸਕੇ। ਤੋਂ ਬਚਾ ਨਹੀਂ ਸਕੇ ਤੇ ਡਾਕਟਰ ਨੇ ਕੁਝ ਸੁਝਾਅ ਦਿੱਤੇ ਵੀ ਇਹ ਬੱਚੀ ਜਿੰਦਾ ਰਹਿ ਸਕਦੀ। ਚਾਵਲਾ ਸਾਹਿਬ, ਅੱਖਾਂ, ਗੁਰਦੇ, ਦਿਲ, ਕਿਡਨੀ, ਖੂਨ, ਅਜਿਹੇ ਅੰਗ ਨੇ, ਅਜਿਹੇ ਵਸਤੂਆਂ ਨੇ ਜਿਹੜੀਆਂ ਕਿਸੇ ਵੀ ਫੈਕਟਰੀ ਨਹੀਂ ਬਣਦੀਆਂ, ਇਹ ਫਿਰ ਮਨੁੱਖ ਦੇ ਸਰੀਰ 'ਚ ਪੈਦਾ ਹੁੰਦੀਆਂ। ਖੂਨਦਾਨ ਇਸੇ ਕਰਕੇ ਉੱਤਮ ਦਾਨ ਕਿਹਾ ਜਾਂਦਾ, ਉੱਤਮ ਦਾਨ ਖੂਨਦਾਨ, ਵੀ ਇਹ ਕਿਤੇ ਫੈਕਟਰੀ ਨਹੀਂ ਬਣਦਾ। ਹੁਣ ਇਹ ਬੱਚੀ ਜਿਹੜੀ ਖੁਸ਼ੀ ਬੱਬਰ ਆ, ਆਖਰੀ ਦਮ ਤੇ ਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਨਹੀਂ ਬਚੂ। ਡਾਕਟਰਾਂ ਦੇ ਕਹਿਣ ਦੇ ਉੱਤੇ ਉਹਦੀ ਮਾਤਾ ਨੇ ਤੇ ਉਹਦੇ ਜਿਹੜੇ ਫਾਦਰ ਸੀ, ਉਹ ਨੀਂਦ ਦੇ ਸੀ ਤੇ ਮੈਂ ਆਪਣਾ ਜਿਹੜਾ ਜ਼ਿੰਦਗੀ ਦਾ ਫੁੱਲ ਖੋ ਬੈਠਾ। ਬਕਾਇਦਾ ਤੌਰ ਤੇ ਮਾਂ ਨੂੰ ਤੇ ਉਹਦੇ ਭਰਾ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਇਹਦੇ ਸਰੀਰ ਦੇ ਅੰਗ ਦਾਨ ਕਰਨਾ ਚਾਹੁੰਦੇ? ਤੇ ਨੀਂਦ ਬੇਹੋਸ਼ੀ 'ਚ ਪਿਤਾ ਨੇ ਕਿਹਾ ਵੀ ਜੇ ਮੇਰੀ ਬੱਚੀ ਜਿੰਦਾ ਰਹਿੰਦੀ ਹੈ ਤੇ ਜਿਹੜਾ ਵੀ ਅੰਗ ਕਿਸੇ ਦੇ ਕੰਮ ਆਉਂਦਾ ਉਹਨੂੰ ਦਾਨ ਕੀਤਾ। ਬਕਾਇਦਾ ਜਾਓ ਤੇ ਅਸੀਂ ਸੋਸ਼ਲ ਸਰਵਿਸ ਬੜਾ ਵੱਡਾ ਸੋਸ਼ਲ ਵਰਕਰ ਆਉਂਦੇ ਜੀ, ਬੜਾ ਵੱਡਾ ਦਿਲ ਚਾਹੀਦਾ ਇਸ ਚੀਜ਼ ਲਈ। ਹਾਂਜੀ, ਜਦੋਂ ਇਹ ਸਥਿਤੀ ਇਹੋ ਜਿਹੀ ਹੋਵੇ, ਪਹਿਲਾਂ ਦਾਨ ਕੀਤਾ ਹੋਵੇ ਦੱਸ ਓਕੇ ਜੀ। ਉਹ ਬਕਾਇਦਾ ਤੌਰ ਤੇ ਉਹਨਾਂ ਨੂੰ ਇਨਫੋਰਮ ਕੀਤਾ, ਉਹ ਆਏ, ਉਹਨਾਂ ਨੇ ਬੱਚੀ ਦੀ ਲਾਸ਼ ਜਿਹੜੀ ਸੀ ਲੁਧਿਆਣੇ ਚ ਆਈ, ਪੁਨਰ ਜੋਤ ਜਿਹੜੀ ਆਈ ਇੱਕ ਦਾਨ ਸੰਸਥਾ ਦਾ ਕੋਲ ਡਾਕਟਰਾਂ ਨੇ ਡਾਕਟਰ ਰਵੀ ਦੇ ਉਹਨਾਂ ਬਕਾਇਦਾ ਕਰਤੇ ਆਪਰੇਸ਼ਨ ਕਰਕੇ ਬੱਚੀ ਦੀਆਂ ਅੱਖਾਂ ਕੱਢੀਆਂ। ਇੱਕ ਨਹੀਂ, ਲੁਧਿਆਣਾ ਦੇ 2 ਦ੍ਰਿਸ਼ਟੀ ਹੁਣ ਵਿਅਕਤੀਆਂ ਨੂੰ ਉਹ ਜਿਹੜੀਆਂ ਕਿ ਅੱਖਾਂ ਦੇ ਦਿੱਤੀਆਂ ਗਈਆਂ ਤੇ ਉਹ ਜਲਦੀ ਹੀ ਆਪਰੇਸ਼ਨ ਕਰ ਦਿੱਤੇ ਗਏ ਨੇ, ਉਹਨਾਂ ਦੀ ਜਲਦੀ ਉਹ ਵੇਖਣ ਦੇ ਕਾਬਿਲ ਹੋ ਗਏ। ਬਹੁਤ ਖੂਬ, ਇਹ ਦੁਨੀਆ ਵੇਖਣ ਦੇ ਕਾਬਿਲ ਹੋਈ। ਦੋਸਤੋ, ਵੱਡਾਪਨ ਨਹੀਂ, ਸਾਡੀ ਸਾਰੀ ਫੈਮਿਲੀ ਨੇ ਜਦੋਂ ਇਹ ਜਾਂਦੇ ਹਾਂ ਉੱਥੇ ਅਸੀਂ ਆਪ ਆਪਣੇ ਹੱਥਾਂ ਦੇ ਨਾਲ ਟਿਕ ਮਾਰ ਕਰਕੇ ਆਏ ਹਾਂ ਕਿ ਜੈਸ ਅਸੀਂ ਸਹਿਮਤ ਹਾਂ। ਪਤਾ ਨਹੀਂ ਸਾਨੂੰ ਲੋੜ ਪੈ ਜਾਣੀ ਆ ਜੇ ਸਾਡੇ ਇਹ ਜਿਹੜੇ ਨੇ ਅੰਗ ਸੜਨ ਦੀ ਬਜਾਏ ਕਿਸੇ ਦੇ ਕੰਮ ਆ ਜਾਣ ਤਾਂ ਚੰਗੀ ਗੱਲ ਹੈ। ਇਨਸਾਨ ਜ਼ਿੰਦਗੀ ਦੇ 4 ਪਲ ਜਿਹੜੇ ਨੇ ਉਹ ਮਾਣ ਸਕੇਗਾ। ਕਿੱਡੀ ਵੱਡੀ ਗੱਲ ਰੌਸ਼ਨੀ ਦੇ ਕੇ ਜਾਣੇ ਕਾ ਹੈ। ਡਾਕਟਰ ਰਵੀ ਕਹਿੰਦੇ ਆ ਕਿ ਹਾਂਜੀ, ਡਾਕਟਰ ਰਵੀ ਕਹਿੰਦੇ ਆ ਕਿ 14 ਵਰष ਦੀ ਇਹ ਤੀਸਰੀ ਬੱਚੀ ਹੈ ਜਿਨ੍ਹਾਂ ਦੇ ਮਾਤਾ ਪਿਤਾ ਨੇ ਆਪਣੀ ਬੱਚੀ ਦੇ ਜਿਹੜੇ ਅੰਗਦਾਨ ਕੀਤੇ ਤੇ ਹੁਣ ਤੱਕ ਅਸੀਂ 432 ਨੇਤਰਦਾਨਾਂ ਨੂੰ ਜਿਹੜੀ ਅੱਖਾਂ ਦਾਨ ਜਿਹੜੀਆਂ ਮਿਲੀਆਂ ਸੀ ਉਹਦੇ ਚ। ਬੱਲੇ 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 ਬੱਲੇ।
ਦੇਖੋ ਤੇ ਸਾਡੀ ਜ਼ਿੰਦਗੀ ਜਿਹੜੀ ਲੱਗੀ ਇੱਥੇ ਸੇਵਾ 'ਚ ਲੱਗੀ ਹੈ, ਸੇਵਾ ਦੀ ਨਿਭਾ ਦਿਆਂਗੇ। ਡਾਕਟਰ ਸਵੇ ਮਾਨ ਸਿੰਘ ਜਿਹੜੇ ਅਮਰੀਕਾ ਤੋਂ ਆ ਕੇ ਕਿਸਾਨੀ ਮੋਰਚੇ ਜਾ ਕੇ ਬੈਠੇ ਸੀ, ਉਹਨਾਂ ਨੇ ਸੇਵਾ ਇੱਥੇ ਤੋਂ ਹੀ ਕੀਤੀ ਆ। ਇਹ ਵੀ ਇਹ ਸੇਵਾ ਰੌਸ਼ਨੀ ਦੇਣੀ, ਹਨੇਰੇ ਵਿੱਚ ਭੜਕਦੇ ਨਿਸ਼ਕਾਮ ਸੇਵਾ। ਆ ਜਿਹੜੇ ਕਹਿੰਦੇ ਨਾ ਲੁਟੇਰੇ MLA ਬਣ ਕੇ ਤੇ ਮੰਤਰੀ ਬਣ ਕੇ ਸੇਵਾ ਕਰਨੀ ਹੈ ਜੀ, ਇਹ ਲੁਟੇਰੇ ਨੇ ਵੀ। ਬਿਲਕੁਲ। ਹੁਣ ਤੁਸੀਂ ਦੇਖੋ ਕਿ ਇੱਕ ਗੱਲ ਹੋਰ ਰਹਿ ਨਹੀਂ ਹੋਣੀ, ਮੂੰਹ ਤੇ ਆ ਗਈ ਆ, ਮੇਰੇ ਕੋਲ ਤਾਂ ਨਹੀਂ ਰਹਿ ਹੋਣੀ, ਇਸ ਕਰਕੇ ਮੈਨੂੰ ਪਤਾ ਨਹੀਂ ਮੇਰਾ ਅੰਤ ਕੀ ਹੈ। ਮੈਂ ਤਾਂ ਅਕਸਰ ਕਹਿਣਾ ਹੁੰਦਾ ਆ ਜਿਹੜੇ ਸੋ ਕਾਲ ਕੱਟੜਵਾ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਗੁੜਚੇ ਫਿਰਦੇ ਨੇ, ਹਾਂਜੀ, ਹਰ ਗੱਲ ਨਫ਼ਰਤ ਦੇ ਨਾਲ ਕਰਨ ਵਾਲੇ ਨੇ, ਹਾਂਜੀ, ਉੱਚੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਬਾਬੇ ਨੇ ਭਿਉਂ ਕੇ ਪੌਲੇ ਮਾਰੇ ਨੇ, ਹਾਂਜੀ। ਪੌਲਾ ਲਫ਼ਜ਼ ਜਿਹੜਾ ਚੰਗਾ ਲੱਗਦਾ ਤੇ ਜੁੱਤੀ ਕਹਿ ਦਈਏ ਤਾਂ ਉਹ ਭੈੜਾ ਲੱਗਦਾ, ਪੌਲੇ ਮਾਰੇ ਨੇ, ਹਨਾ ਜੀ ਜੀ ਜੀ। ਜੇ ਤੂੰ ਉੱਚੀ ਜਾਤ ਵਾਲਾ ਤੇ ਇਸ ਸੰਸਾਰ ਤੇ ਆਉਣ ਦੀ ਤੇਰੀ ਵਿਧੀ ਹੋਰ ਕਿਉਂ ਨਹੀਂ ਸੰਖੇਪ ਲਫ਼ਜ਼ਾਂ ਚ, ਹਾਂਜੀ, ਜੇ ਤੂੰ ਬ੍ਰਾਹਮਣੀ ਜਾਇਆ ਤਾਂ ਆਣ ਬਾਣ ਕਾਹੀ ਨਹੀਂ ਜਾਇਆ, ਮਤਲਬ ਤੇਰਾ ਇਸ ਸੰਸਾਰ ਤੇ ਉਸੇ ਵਿਧੀ ਨਾਲ ਆਇਆ ਜਿਵੇਂ ਆਮ ਇੱਕ ਇਨਸਾਨ ਦਾ ਬੱਚਾ ਪੈਦਾ ਹੁੰਦਾ। ਆ ਕੇ ਜਾਤ ਜਦੋਂ ਕੁੱਖ ਦੇ ਵਿੱਚ ਆ, ਉਹਨੂੰ ਨਹੀਂ ਪਤਾ ਮੈਂ ਕੌਣ ਆ, ਕਿਸ ਮਜ਼ਹਬ ਨਾਲ, ਕਿਸ ਜਾਤ, ਕਿੱਥੇ ਪੈਦਾ, ਮੈਂ ਕੁੱਲੀ 'ਚ ਪੈਦਾ ਹੋਣਾ, ਮੈਂ ਮਹਿਲ 'ਚ ਪੈਦਾ ਹੋਣਾ, ਮੈਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ ਨਹੀਂ ਪਤਾ ਨਾ। ਸੋ ਜਦੋਂ ਇਸ ਸੰਸਾਰ ਤੇ ਸੋ ਕਾਲ ਦੇ ਪਾਣੀ ਪੀ ਕੇ ਇੱਕ ਦੂਜੇ ਦੀਆਂ ਜਾਤਾਂ ਨੂੰ ਕੋਸਣ ਵਾਲੇ, ਖਾਸ ਤੌਰ ਤੇ ਇੱਥੇ ਸਾਡੇ ਇੱਥੇ ਵੀ ਖੂਨਦਾਨ ਕੈਂਪ ਲੱਗਦੇ ਨੇ, ਤੇ ਜਦੋਂ ਹਸਪੀਟਲ ਦੇ ਵਿੱਚ ਪਏ ਹੁੰਦੇ ਨੇ ਪੁੱਛਦੇ ਆ ਵੀ ਮੈਨੂੰ ਕਿਹਦਾ ਖੂਨ ਚਾੜਨ ਲੱਗਾ, ਇਸ ਮਤਲਬ ਨੀਵੀਂ ਜਾਤ ਵਾਲੇ ਦਾ ਜਾਂ ਮੁਸਲਮਾਨ ਦਾ ਜਾਂ ਹਿੰਦੂ ਦਾ ਜਾਂ ਸਿੱਖ ਦਾ ਜਾਂ ਈਸਾਈ ਦਾ ਜਾਂ ਬੋਧੀ ਦਾ ਜਾਂ ਜੈਨੀ ਦਾ। ਹੁਣ ਮੈਂ ਲਫ਼ਜ਼ ਨਹੀਂ ਵਰਤਨੇ ਵੀ ਜਿਨ੍ਹਾਂ ਨੂੰ ਨਫ਼ਰਤ ਕਰਦਾ, ਉਦੋਂ ਤਾਂ ਕਹਿੰਦਾ ਬਸ ਮੇਰੀ ਜ਼ਿੰਦਗੀ ਬਚਾ ਲਓ, ਮੈਂ ਤਾਂ ਭੁੱਲਿਆ ਸੀ, ਮੈਂ ਭਟਕਿਆ ਸੀ, ਹੈਂ, ਮੈਨੂੰ ਤਾਂ ਸਿੱਖਿਆ ਇਹੋ ਜਿਹੀ ਮਿਲੀ, ਮੈਂ ਤਾਂ ਰੱਬ ਨੂੰ ਹੁਣ ਪਾਇਆ, ਤਾਂ ਕੁਛ ਨਹੀਂ, ਇਨਸਾਨ ਸਾਰੇ ਜਾਤ ਪਾ। ਉਦੋਂ ਕਹਿੰਦੇ ਜ਼ਿੰਦਗੀ, ਉਦੋਂ ਘਰ ਵਾਲੇ ਵੀ ਮਤਲਬ ਡਾਕਟਰਾਂ ਦੇ ਪੈਰਾਂ 'ਚ ਡਿੱਗੇ ਹੁੰਦੇ, ਹਨਾ ਜੀ ਜੀ। ਹੁਣ ਅੱਖਾਂ ਤੇ ਚਲੋ ਮਿਹਣਾ ਨਹੀਂ, ਇਹੀ ਬੱਚੀ ਦੀਆਂ ਅੱਖਾਂ ਕਿਤੇ ਸੋ ਕਾਲ ਉੱਚੀ ਜਾਤ ਵਾਲੇ ਦੇ ਬੱਚੇ ਨੂੰ ਚਾਹੀਦੀਆਂ ਹੁੰਦੀਆਂ ਤੇ ਪੁੱਛਣਾ ਸੀਗਾ ਇਹਨੇ। ਬਿਲਕੁਲ ਜੀ, ਬਿਲਕੁਲ। ਸੋ ਇਸ ਕਰਕੇ ਸਾਡੀਆਂ ਨਾ ਉਸ ਵਕਤ ਸਾਰਾ ਕੁਝ ਅਸੀਂ ਇਨਸਾਨ ਦੇ ਬੰਦੇ ਦੇ ਪੁੱਤ ਬਣ ਜਾਂਦੇ ਹਾਂ, ਉਦੋਂ ਜਦੋਂ ਸਾਨੂੰ ਇਹ ਲੋੜ ਹੁੰਦੀ ਹੈ ਕਿ ਸਾਡਾ ਬੰਦਾ ਬਚ ਜਾਵੇ, ਸਾਡੀ ਜ਼ਿੰਦਗੀ ਬਚ ਜਾਵੇ। ਖੈਰ, ਵੌਇਸ ਆਫ ਸਿਟੀ 1320 AM, ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ। ਦੇਸ਼ ਦੀ ਆਬਾਦੀ, ਭਾਰਤ ਦੀ ਆਬਾਦੀ ਵਿੱਚ ਪਹਿਲੀ ਵਾਰ ਸੁਧਾਰ ਆਇਆ। 1000 ਪੁਰਸ਼ਾਂ ਦੇ ਮੁਕਾਬਲੇ 1020 ਲਿੰਗ ਅਨੁਪਾਤ, ਚੰਗੀ ਖਬਰ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਿਲਕੁਲ ਠੀਕ। ਲੋਕਾਂ 'ਚ ਇਹ ਅਵੇਅਰਨੈਸ ਆਈ ਹੈ। ਅੱਜ ਲੋਕ ਪੰਜਾਬ ਦੇ ਵਿੱਚ ਹੀ ਬੱਚੀ ਜੰਮਣ ਤੇ ਵੀ ਆਪਣੀ ਲੋਹੜੀ ਵੰਡਦੇ, ਸਾਡੇ ਘਰ ਬੱਚੀ ਚੱਲੀ। ਅੱਜ ਦੇ ਇਤਿਹਾਸ ਨੂੰ ਫਰੋਲ ਕੇ ਵੇਖ ਲਓ ਤੁਸੀਂ, ਤੇ ਜਿੰਨਾ ਬੱਚਿਆਂ ਦਾ ਯੋਗਦਾਨ ਉਹਨਾਂ ਬੱਚਿਆਂ ਦਾ ਯੋਗਦਾਨ ਨਹੀਂ। ਜੇ ਵਿਦੇਸ਼ ਜਾਣ ਦੇ ਵਿੱਚ ਪਹਿਲੇ ਨੰਬਰ ਤੇ ਬੱਚੀਆਂ ਵਾ, ਜੇ ਮੈਰਿਟ ਚੋਣ ਦੇ ਵਿੱਚ ਪਹਿਲੇ ਨੰਬਰ ਤੇ ਬੱਚੀਆਂ ਵਾ, ਜੇ ਫਸਟ ਆਉਣ ਦੇ ਵਿੱਚ ਪਹਿਲੇ ਨੰਬਰ ਤੇ ਬੱਚੀਆਂ ਵਾ, ਡਾਕਟਰ ਬਣਨ ਦੇ ਵਿੱਚ ਪਹਿਲੇ ਨੰਬਰ ਤੇ ਬੱਚੀਆਂ, ਤੇ ਹੁਣ ਤਾਂ ਪਾਇਲਟ ਬਣਨ ਦੇ ਵਿੱਚ ਵੀ ਉਹ ਕੁੜੀਆਂ ਅੱਗੇ ਲੰਘ ਚੁੱਕੀਆਂ। ਫਾਈਟਰ ਬਣਨ ਦੇ ਵਿੱਚ ਵੀ ਫਾਈਟਰ ਕੁੜੀਆਂ ਬਣੀਆਂ ਸਾਡੀ। ਹੁਣ ਜਿਹੜਾ ਸਰਵੇ ਕੀਤਾ ਜੀ ਬਕਾਇਦਾ ਤੌਰ ਤੇ ਇਸ ਵੇਲੇ ਜਿਹੜਾ ਕੀਤਾ ਨੈਸ਼ਨਲ ਜਿਹੜੀ ਫੈਮਿਲੀ ਹੈਲਥ ਸਰਵਿਸ ਉਹਨਾਂ ਨੇ ਕੀਤਾ ਵਾ, ਉਹਨਾਂ ਨੇ ਕਿਹਾ ਵੀ 2015-16 ਦੇ ਵਿੱਚ ਇਹ ਗਿਣਤੀ ਜਿਹੜੀ ਸਾਡੀ 919 ਦੀ ਸੀ ਤੇ ਕੁੱਲ ਬਣਾ ਕੇ 985 ਤੇ ਜਾਂਦੀ ਸੀ। ਲੇਕਿਨ ਇਸ ਵੇਲੇ ਜਿਹੜੀ ਗਿਣਤੀ ਹੈ ਸਾਡੀ, ਜਿਹੜੀ ਸਰਵੇ ਕੀਤਾ ਗਿਆ, ਉਹਦੇ ਵਿੱਚ ਅੱਜ ਵੀ ਸ਼ਹਿਰਾਂ ਦੇ ਵਿੱਚ 985 ਆ, ਲੇਕਿਨ ਪਿੰਡਾਂ ਦੇ ਵਿੱਚ ਵੱਧ ਕੇ 1000 ਬੱਚੇ ਪਿੱਛੇ, ਲੜਕੇ ਪਿੱਛੇ 1037 ਲੜਕੀਆਂ ਪੈਦਾ ਹੋ ਰਹੀਆਂ। ਇਹ ਖੁਸ਼ੀ ਦੀ ਗੱਲ ਆ ਕਿ ਲੋਕਾਂ ਦੇ ਵਿੱਚ ਜਿਹੜੀ ਅਜੇ ਵੀ ਹੈਗੀ ਇਹਦੀ ਗੱਲ, ਅਮੀਰ ਲੋਕਾਂ 'ਚ ਅਜੇ ਵੀ ਹੈਗੀ ਹੈ ਜਿਹੜੀ ਅਬੋਰਸ਼ਨ ਕਰਾਉਣ ਦੀ ਜਾਂ ਗਲਤ ਤਰੀਕੇ ਨਾਲ ਸਿਸਟਮ ਜਿਹੜੀ ਵਰਤਣ ਦੀ, ਲੇਕਿਨ ਗਰੀਬ ਲੋਕਾਂ ਦੇ ਵਿੱਚ ਇਹ ਭਾਵਨਾ ਨਹੀਂ, ਉਹ ਅੱਜ ਵੀ ਦੇਵੀ ਮੰਨਦੇ। ਕਿ ਜਦੋਂ ਕੰਜਕਾਂ ਹੁੰਦੀਆਂ ਨਾ, ਕੰਜਕਾਂ ਪੂਜਣੀਆਂ ਹੁੰਦੀਆਂ ਵਾ, ਕਣਕਾਂ ਨਹੀਂ ਸ਼ਹਿਰਾਂ 'ਚ ਕੰਜਕਾਂ ਨਹੀਂ ਮਿਲਦੀਆਂ, ਬਕਾਇਦ ਤੇ ਪਿੰਡਾਂ 'ਚ ਕੁੜੀਆਂ ਜਾਂਦੀਆਂ ਨੇ ਕਿ ਪਿੰਡਾਂ 'ਚ ਲੈ ਕੇ ਆਓ, ਜਾਂ ਗੱਡੀ ਲੈ ਕੇ ਜਾਓ ਤੇ ਕੁੜੀਆਂ ਲੈ ਕੇ ਆਓ। ਇੱਕ ਸਕ੍ਰਿਪਟ ਵੀ ਆਈ ਸੀ, ਸ਼ਹਿਰਾਂ ਵਾਲੇ ਜੇ ਪਿੰਡਾਂ 'ਚ ਲੈਣ ਆਉਂਦੇ ਤੇ ਲਾਂਤੀ ਹੋ ਤੇ ਕਾਹਦੀ ਪੂਜਦੇ ਹੋ। ਜੇ ਕੁਦਰਤ ਵੱਲੋਂ ਤੁਹਾਡੇ ਘਰ ਦੇ ਵਿੱਚ ਬੱਚਾ ਪੈਦਾ ਹੋ ਰਿਹਾ ਬੁਆਏ ਤੇ ਓਕੇ ਆ, ਫਿਰ ਮੈਂ ਮਾਫੀ ਚਾਹੁੰਦਾ,
ਪਰ ਜੇ ਜਿੱਥੇ ਲਿਖਿਆ ਇੱਥੇ ਲਿੰਕ ਟੈਸਟ ਨਹੀਂ ਹੁੰਦੇ ਤੇ ਤੁਸੀਂ ਉੱਥੇ ਹਫਤੇ ਦੇ 6 ਗੇੜੇ ਮਾਰ ਆਉਂਦੇ ਹੋ, ਜਦੋਂ ਪਤਾ ਲੱਗਦਾ ਕਿ ਕੋਖ ਹਰੀ ਹੈ ਤਾਂ ਫਿਰ ਲੱਖ ਲਾਹਨਤ ਜੇ ਤੁਸੀਂ ਜਾਣ ਬੁੱਝ ਕੇ ਫਿਰ ਉਸ ਬੱਚੀ ਨੂੰ, ਉਸ ਜਨਨੀ ਨੂੰ, ਉਸ ਕੰਜਕ ਨੂੰ ਇਸ ਸੰਸਾਰ ਤੋਂ ਆਉਣ ਤੇ ਰੋਕਿਆ। ਫਿਰ ਤੁਹਾਡੇ ਵਰਗਾ ਦੁਨੀਆ ਤੇ ਪਾਪੀ ਬੰਦਾ ਹੀ ਕੋਈ ਨਹੀਂ, ਤੇ ਪਾਪੀ ਉਦੋਂ ਮਾਂ ਪਾਪੀ ਉਹ ਜਿਹੜਾ ਦੱਸਦਾ। ਲੱਖ ਲਾਹਨਤਾਂ ਉਹ ਜਿਹੀਆਂ ਕਮਾਈਆਂ ਦੇ। ਜਿੱਥੋਂ ਦੀ ਗੱਲ ਕੀਤੀ ਜੀ ਫਾਦਰ ਸਾਹਿਬ ਦੀ ਆਪਾਂ ਕੀਤੀ ਹੈ ਨਾ, ਖੁਸ਼ੀ ਬੱਬਰ ਦੀ ਗੱਲ ਕੀਤੀ ਹੈ, ਅੱਜ ਵੀ ਉੱਥੋਂ ਦੀ ਪੁਲਿਸ ਦੇ ਵਿੱਚ ਲੜਕੀ ਸਬ ਇੰਸਪੈਕਟਰ, ਦਲਿਤ ਕੁੜੀ ਹੈ, ਘਰ ਦੇ ਵਿੱਚ ਰੋਟੀ ਖਾਣ ਨੂੰ ਨਹੀਂ ਸੀ, ਆਪ ਉਹਨੇ ਮੈਟ੍ਰਿਕ ਕੀਤੀ ਤੇ ਬੱਚੇ ਪੜ੍ਹਾ ਕੇ ਟਿਊਸ਼ਨ ਜਿਹੜੇ ਪੈਸੇ ਇਕੱਠੇ ਹੁੰਦੇ ਸੀ ਘਰ ਵੀ ਚਲਾਉਂਦੀ ਸੀ, ਨਾਲ ਬਕਾਇਦਾ ਤੌਰ ਤੇ ਪੜ੍ਹਦੀ ਸੀ, ਪੜ੍ਹ ਕੇ MA ਕੀਤੀ ਹੈ, LLB ਕੀਤੀ ਹੈ ਕਰਕੇ ਤੇ ਮੁੜ ਕੇ ਉਹ ਪੋਸਟ ਭਰਤੀ ਹੋਈ ਹੈ। ਉਹ ਆਪ ਕਹਿੰਦੀ ਹੈ ਬਕਾਇਦਾ ਤੌਰ ਤੇ TV ਤੱਕ ਕਹਿੰਦੀ, ਸਕਰੀਨ ਤੱਕ ਕਹਿੰਦੀ ਹੈ ਵੀ ਮੈਂ ਆਪਣੇ ਮਾਂ ਪਿਓ ਦੀ 5ਵੀਂ ਬੱਚੀ ਸੀ, ਮੈਨੂੰ ਵੀ ਮਾਰਨ ਦਾ ਮਨਸੂਬਾ ਬਣਾਇਆ ਗਿਆ ਵੀ ਇਹਨੂੰ ਮਾਰ ਦਿੱਤਾ ਜਾਵੇ, ਲੇਕਿਨ ਮੇਰੇ ਮਾਂ ਕਿਸੇ ਨਹੀਂ, ਕੁਦਰਤੀ ਦੇਣ ਆਪਾਂ ਇਹਨੂੰ ਮਾਰਨ ਨਹੀਂ ਲੈਣਾ, ਪਾਲਿਆ। ਜਿਹੜੀ ਬੱਚੀ ਨੂੰ ਮਾਰਨ ਦੇ ਮਨਸੂਬੇ ਬਣਾਏ ਜਾਂਦੇ ਆ ਕੇ ਤੁਹਾਡੇ ਸਾਹਮਣੇ ਸਬ ਇੰਸਪੈਕਟਰ ਬਣ ਕੇ ਬੈਠੀ ਤੇ ਆਪਣੇ ਮਾਂ ਪਿਓ ਨੂੰ ਕੱਲਾ ਇਹ ਨਹੀਂ ਵੀ ਝੌਪੜੀ 'ਚ ਬੈਠੇ ਨੇ, ਕੋਠੀ 'ਚ ਬੈਠੇ ਨੇ। ਚਲੋ ਖਾਲਸਾ ਰਾਜ, ਖਾਣਾ ਤੇ ਚੰਗੀ ਖਾਲਸਾ ਰਾਜ ਦੀ, ਖਾਲਸਾ ਰਾਜ ਦੀ ਗੱਲ ਤੋਰਾਂਗੇ ਤੇ ਲੰਬੀ ਚੱਲ ਜਾਣੀ ਗੱਲ। ਖੈਰ, ਵੌਇਸ ਆਫ ਸਿਟੀ 1320 ਐਮ, ਹਾਂਜੀ, ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ। ਆਪਾਂ ਥੋੜਾ ਜਿਹਾ ਹਿੰਟ ਜਿਹਾ ਦੇ ਦਿੰਦੇ, ਕਈ ਸੋਚੀ ਜਾਣਗੇ ਜਿਹਨਾਂ ਨੂੰ ਨਹੀਂ ਪਤਾ ਹੈ ਨਾ, ਜਿਹਨਾਂ ਨੇ ਊਲ ਜਲੂੜ ਪੁੱਠੀਆਂ ਸਿੱਧੀਆਂ ਗੱਲਾਂ ਵਾਲੇ ਰੇਡੀਓ ਟੈਲੀਵਿਜ਼ਨ ਸੁਣਨੇ ਵੀ ਖਾਲਸਾ ਰਾਜ ਦੇ ਨਾਲ ਕੀ ਤਲੋਕਾਤ ਸੀਗਾ। ਸੋਚੀ ਚੱਲੋ, ਕਿਸੇ ਨੂੰ ਸੁਣਿਓ, ਪੁੱਛਿਓ ਕਿ ਚੰਗੇ ਫਿਰ ਖੋਤੇ ਘੋੜੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਿਓ, ਹਾਂਜੀ, ਫਿਰ ਪਤਾ ਲੱਗ ਜੂਗਾ। ਐਨੀਵੇ ਦੋਸਤੋ, ਹਾਈਵੇ 7 ਅਤੇ 50 ਦੇ ਨਜ਼ਦੀਕ ਚੋਰ ਤੁਰਿਆ ਫਿਰਦਾ। ਚੋਰ ਵਾਈਟ ਰੰਗ ਦਾ, ਉਹਦੇ ਕੋਲ ਪਿੱਕਾ ਤੇ ਮਗਰ ਪਿੱਛੇ ਕਾਲੇ ਰੰਗ ਦੀ ਟਰਾਲੀ ਪਾਈ ਆ ਤੇ ਟਰੱਕਾਂ ਦੇ ਵਿੱਚੋਂ ਡੀਜ਼ਲ ਚੋਰੀ ਕਰਦਾ ਹੈ। ਭਜਾਇਆ 1-2 ਥਾਵਾਂ ਤੇ। ਮੇਰੇ ਇੱਕ ਵੀਰ ਨੇ ਮੈਸੇਜ ਵੀ ਛੱਡਿਆ ਮੈਨੂੰ, ਲਿਖਤੀ ਵੌਇਸ ਮੇਲ ਵੀ ਆ ਤੇ ਲਿਖਾਇਆ ਵੀ ਸੀਗਾ ਵੀ ਸਾਵਧਾਨ ਹੋ ਜਾਓ ਵੀ ਜੇ ਤੁਹਾਡੇ ਉਸ ਏਰੀਏ ਦੇ ਵਿੱਚ ਜਾਂ ਕਿਤੇ ਵੀ ਇਹ ਚੋਰ ਤੁਰਿਆ ਫਿਰਦਾ ਤੇ ਤੇਲ ਚੋਰੀ ਕਰਦਾ। ਵੇਖੋ ਜੀ, ਇੱਕ ਭੂਮੀਆ ਸੀਗਾ ਤੇ ਭੂਮੀਆ ਵੀ ਚੋਰ ਹੀ ਸੀਗਾ। ਚੋਰ ਸ਼ੁਰੂ ਤੋਂ ਹੀ, ਸੱਜਣ ਟੱਗ ਵੀ ਤੇ ਚੋਰ ਹੀ ਸੀਗਾ। ਹਾਂਜੀ, ਤੇ ਜਿਹੜੇ ਹਾਂਜੀ ਲਾਲੋ ਵਾਲੇ ਨੇ ਵੱਖਰੇ ਨੇ, ਤੇ ਮਲਕ ਭਾਗੋ ਵਰਗੇ ਵੀ ਤੇ ਚੋਰ ਹੈਗੇ ਹੀ ਨਹੀਂ। ਅੱਜ ਕੱਲ ਤਾਂ ਬਾਣੇ ਪਾ ਕੇ ਚੋਰ ਨੇ। ਸਾਡੇ ਇੱਥੇ ਨਾ ਜਿਹੜੀ ਆਪਾਂ IPTV ਬਾਕਸ ਸਰਵਿਸ ਸ਼ੁਰੂ ਕੀਤੀ ਆ ਨਾ, ਇਹਦਾ ਟਰਾਇਲ ਪਹਿਲਾਂ ਵਿਕਦਾ ਸੀਗਾ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ। ਇੱਕ ਮਸ਼ਹੂਰੀ ਵੀ ਹੈਗੀ ਉਹਨਾਂ ਦੇ ਵਿੱਚ, ਜੇ ਤੁਸੀਂ ਟਰਾਇਲ ਲੈਣਾ ਨਾ ਤੇ ਟਰਾਇਲ ਦੇ ਪੈਸੇ ਲੈਂਦੇ ਹੋ। ਹੁਣ ਅਸੀਂ ਫ੍ਰੀ ਲਾਇਆ ਹੋਇਆ ਟਰਾਇਲ ਵੀ, ਜੇ ਕਿਸੇ ਨੇ ਸਰਵਿਸ ਲੈਣੀ IPTV ਬਾਕਸ ਦੀ 2 ਦਿਨ ਟਰਾਇਲ ਲੈ ਲਓ ਬਈ, ਤੇ ਚੰਗੀ ਤਰ੍ਹਾਂ 2 ਦਿਨਾਂ 'ਚ ਪਤਾ ਲੱਗ ਜਾਂਦਾ। ਪਿੰਡ ਦੇ ਬਾਹਰ ਪੈ ਗੁਹਾਰਿਆ ਤਾਂ ਪਤਾ ਲੱਗ ਜਾਂਦਾ ਵੀ ਕੀ ਉਹਦੇ ਵਿੱਚ ਪਿੰਡ 'ਚ ਕੀ ਕੁਝ ਹੋਊਗਾ। ਤੇ 2 ਦਿਨ ਦਾ ਟਰਾਇਲ ਪਤਾ ਲੱਗ ਜਾਣਾ ਵੀ ਜਿਹੜੇ ਚੈਨਲ ਤੁਸੀਂ ਦੇਖਦੇ ਹੋ ਵੀ ਉਹ ਫਰੀਜ ਹੁੰਦੇ ਨੇ ਜਾਂ ਨਹੀਂ ਹੁੰਦੇ, ਚੱਲਦੇ ਨੇ ਜਾਂ ਨਹੀਂ ਚੱਲਦੇ, ਕਿੰਨੇ ਚੈਨਲ ਹੈਗੇ ਆ ਕੀ ਨਹੀਂ, ਹੈ ਨਾ। ਪਰ ਉਹ 2 ਦਿਨ ਦੀ ਟਰਾਇਲ ਅਸੀਂ ਫ੍ਰੀ ਦਿੰਦੇ ਹਾਂ, ਪਰ ਵੱਖ-ਵੱਖ ਲੋਕ ਚਾਰਜ ਵੀ ਕਰਦੇ ਨੇ। ਹਾਂ, ਟਰਾਇਲ ਵਾਸਤੇ 647 554 58 64755455859 ਜੇ IPTV ਬਾਕਸ ਦੀ ਸਰਵਿਸ ਤੁਸੀਂ ਲੈਣੀ ਹੈ। ਟਰਾਇਲ ਫ੍ਰੀ ਹੈ, 2 ਦਿਨ ਦੀ ਟਰਾਇਲ ਲੈ ਕੇ ਫਿਰ ਤੁਸੀਂ ਕੰਟੀਨਿਊ ਕਰ ਸਕਦੇ ਹੋ। 4165545859। ਅੱਛਾ, ਗੱਲ ਚੱਲਦੀ ਪਈ ਆ ਕੇਬਲ ਦੀ, ਮੈਂ ਲਿੰਕ ਕਰਦਾ ਪਿਆ, ਵੀ ਕੇਬਲ ਵਾਂਗੂ ਹੀ ਆ। ਮੁੱਖ ਮੰਤਰੀ ਚੰਨੀ ਦੇ 100 ਰੁਪਏ ਕੇਬਲ ਦੇ ਰੇਟ ਤੇ ਇੱਕ ਬਵਾਲ ਮਚਿਆ ਹੋਇਆ। ਬਵਾਲ ਇਹ ਹੈ ਕਿ ਟਰਾਈ ਦਾ ਰੇਟ ਹੀ 130 ਰੁਪਏ ਤੇ ਚੰਨੀ ਸਾਹਿਬ 100 ਦਾ ਕਿਵੇਂ ਦੇ ਦੇਣਗੇ, ਜਦੋਂ ਕਿ ਸਿੱਧੂ ਸਾਹਿਬ ਇੱਥੇ ਵੀ ਸਿੱਧੇ ਹੋਏ ਫਿਰਦੇ ਨੇ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਜਿਹੜੀ ਗੱਲ ਚੰਨੀ ਸਾਹਿਬ ਦੀ ਹੈ ਜੀ, ਉਹਨਾਂ ਨੇ ਐਲਾਨ ਕਰਤਾ ਕਿ 100 ਰੁਪਏ ਤੋਂ ਵੱਧ ਸਾਨੂੰ ਜਿਹੜੀ ਕੇਬਲ ਦਾ ਨਹੀਂ ਵੇਚ ਸਕਣੀ। ਉਹ ਕਹਿੰਦੇ ਮੈਂ ਲੁਧਿਆਣੇ ਜਾ ਕੇ ਆਇਆ, 400 ਰੁਪਏ ਤੋਂ ਲੈ ਕੇ ਤੇ 1000 ਤੱਕ ਇਹ ਕੇਬਲ ਦਾ ਰੇਟ ਇਹਨਾਂ ਦਾ। ਇਸ ਕਰਕੇ ਅਸੀਂ 100 ਹੀ ਦੇਵਾਂਗੇ। ਜੇ ਤੁਹਾਡੇ ਕੋਲ ਵੱਧ ਮੰਗਦਾ ਤੇ ਉਹਨੂੰ ਮੇਰਾ ਦੱਸੇ ਜੋ ਕਿ ਜਾ ਕੇ ਗੱਲ ਕਰ। ਚੰਨੀ ਸਾਹਿਬ, ਤੁਹਾਡੇ ਨਾਲ ਗੱਲ ਕਿਸੇ ਨੇ ਕੀ ਕਰਨੀ ਹੈ? ਕੱਲ ਤੁਸੀਂ ਡਾਂਗਾ ਫੇਰੀਆਂ ਨੇ ਅਧਿਆਪਕਾਂ ਦੇ, ਕੱਲ ਤੁਸੀਂ ਬਿਲਕੁਲ ਅਧਿਆਪਕਾਂ ਡਾਂਗਾ ਫੇਰੀਆਂ ਮਿਲਦੀ ਕੀ ਵਜ੍ਹਾ ਤੇ ਮਿਲਣੀ ਤੇ 2 ਵਜੇ ਕੀ ਫਰਕ। ਲੇਕਿਨ ਸਾਡੀ ਅਫੀਸ਼ੀਅਲੀ ਮਸ਼ੀਨਰੀ ਜਿਹੜੀ ਹੈ ਨੀ ਉਹ ਗੜਬੜ ਕਰ, ਥੋੜੀ ਜਿਹੀ ਬਹੁਤ ਗੜਬੜ ਕਰ। ਉਹਨਾਂ ਦਾ ਇਹ ਹੁੰਦਾ ਹੀ ਨਹੀਂ ਵੀ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਦੀ ਕੋਈ ਨਾ ਕੋਈ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਚੰਗੀ ਗੱਲ ਉਹਨਾਂ ਚੱਲ ਜੇ। ਬਾਦਲ ਸਾਹਿਬ ਦੀ ਜਿਹੜੀ ਵੇਲੇ ਕਿ ਖਲੋ ਜਾਂਦੇ ਹੁੰਦੇ ਸੀ,
ਬਾਦਲ ਸਾਹਿਬ ਨੂੰ ਅਸੀਂ ਮਿਲਣ ਲੱਗਿਆ, ਅਸੀਂ ਲੇਟ ਹੋ ਗਏ ਤੇ ਮੈਂ ਦੂਰੋਂ ਆਵਾਜ਼ ਦਿੱਤੀ, ਬਾਦਲ ਸਾਹਿਬ ਉੱਠ ਕੇ ਆਪਣੇ ਤੁਰ ਕੇ ਕੁਰਸੀ ਤੋਂ ਟੰਕ ਮੁੜ ਕੇ ਚਲੇ ਗਏ। ਮੈਂ ਦੂਰੋਂ ਕਿਹਾ ਬਾਦਲ ਸਾਹਿਬ ਅਸੀਂ ਤੁਹਾਨੂੰ ਮਿਲਣਾ ਹੀ ਮਿਲਣ ਵਾਸਤੇ ਆਏ, ਤੇ ਬਾਦਲ ਸਾਹਿਬ ਵਾਪਸ ਕੁਰਸੀ ਜਾ ਕੇ ਆ ਚੰਨੀ ਸਾਹਿਬ ਨਹੀਂ ਬੈਠ ਸਕਦੇ, ਨਹੀਂ ਬੈਠ ਦੇਣਾ ਅਫਸਰਾਂ ਨੇ ਉਹਨਾਂ ਨੂੰ, ਗਾਂ ਚਲੋ ਜੀ ਕੇ ਮਿਲਾਂਗੇ ਆ ਕੇ। ਬਾਦਲ ਸਾਹਿਬ ਤੁਹਾਡੇ ਵਰਤੇ ਸੀ। ਚੰਨੀ ਸਾਹਿਬ ਕਹਿੰਦੇ ਅਸੀਂ 100 ਰੁਪਏ ਤੋਂ ਵੱਧ ਨਹੀਂ ਦੇਣੇ, ਗੁੱਸੇ ਜਾ ਕੇ ਕਹਿਤਾ ਉਹਨਾਂ ਵੀ 400 ਲੈ ਕੇ ਜਿਹੜਾ ਉਹ 1000 ਰੁਪਏ ਤੱਕ 100 ਤੋਂ ਨਹੀਂ ਦੇਣੇ ਬਿਲਕੁਲ। ਅੱਜ ਦੀ ਡੇਟ ਦੇ ਵਿੱਚ ਵੀ ਬਕਾਇਦਾ ਤੌਰ ਤੇ ਕੇਬਲ ਵਾਲੇ ਕਿਸੇ ਵੀ ਆਪਣੇ ਗ੍ਰਾਹਕ ਨੂੰ ਰਸੀਦ ਨਹੀਂ ਦਿੰਦੇ ਕਰ, ਕਿਤੇ 300 ਲੈਂਦੇ 400 ਲੈਂਦੇ, ਰਸੀਦ ਨਹੀਂ ਦਿੰਦੇ, ਕਾਰਡ ਬੜਾ ਐਂਟਰੀ ਕਰ ਦਿੰਦੇ ਵੀ ਇਸ ਦਿਨ ਤੁਹਾਡੇ ਕੋਲ ਅਸੀਂ ਆਏ ਸੀ, ਉਹ ਕਾਰਡ ਦੇ ਜਾਂ ਤੇ ਰਸੀਦ ਦੇਣ ਤੇ ਗੱਲ ਬਣ ਜਾਂਦੀ ਹੈ, ਰਸੀਦ ਨਹੀਂ ਦਿੰਦੇ। ਇਸੇ ਕਰਕੇ ਕੇਬਲ ਵਾਲੇ ਕਹਿੰਦੇ ਤੁਸੀਂ ਨੋਟੀਫਿਕੇਸ਼ਨ ਕਰੋ ਤੇ ਫਿਰ ਅਗਲੀ ਗੱਲ ਕਰ, ਫਿਰ ਕੋਲ ਜਾਣ ਜੋ ਕਰੇ ਤਾਂ ਲੇਕਿਨ ਉਹਨਾਂ ਦੀ ਜ਼ਬਾਨੀ ਕਲਮ ਨਹੀਂ ਪੁਜਾਰੀ ਕਰ ਦਿੱਤੇ। ਸਿੱਧੂ ਸਾਹਿਬ ਠੀਕ ਕਹਿੰਦੇ ਆ, ਚੰਨੀ ਸਾਹਿਬ ਠੀਕ ਕਹਿੰਦੇ ਆ ਵੀ ਜਿਹਨਾਂ ਲੁੱਟਿਆ ਨੇ ਜੇ 3 ਮਹੀਨੇ ਫ੍ਰੀ ਦੇ ਦੇਣਗੇ ਕੀ ਫਰਕ ਪੈਣ ਲੱਗਾ, ਕਿੱਥੇ 130 ਰੁਪਏ ਤੇ ਕਿੱਥੇ 1000 ਰੁਪਏ, ਥੋੜਾ ਲੁੱਟਿਆ ਤੁਸੀਂ ਰਦੀ ਕੋ ਲੁੱਟਿਆ। ਹੁਣ ਸਿੱਧੂ ਸਾਹਿਬ ਕਹਿੰਦੇ ਵੀ ਟਰਾਈ ਦਾ ਰੇਟ 130 ਰੁਪਏ ਹੈ, ਚੰਨੀ ਸਾਹਿਬ ਨੇ ਜੇ ਕਹਿਤਾ 100 ਰੁਪਏ ਤੇ ਅਸੀਂ 100 ਰੁਪਏ ਦਵਾਂਗੇ ਨਾ, ਕੋਈ ਜੋ ਮਰਜ਼ੀ ਹੋ ਜਾਏ ਜੀ। ਸਾਡੇ ਮੁੱਖ ਮੰਤਰੀ ਨੇ ਜੇ ਹੁਕਮ ਕੀਤਾ ਆ ਦੇਖ ਲਓ, ਕਿੱਥੇ 15 ਲੈਂਦੇ ਆ, 20 ਲੈਂਦੇ ਆ, 25 ਵੀ ਲੈਂਦੇ ਆ, ਅਸੀਂ ਲੈਸ ਦਨ ਕਾਸਟ ਟੂ ਕਾਸਟ ਖਰਚੇ ਪਾ ਕੇ $10 ਨੂੰ ਵੀ ਬੀਟ ਕਰ ਰਹੇ, ਤੇ ਚੈਨਲ ਓਨੇ ਹੀ, ਫਿਲਮਾਂ ਓਨੀਆਂ ਹੀ, ਬਕਸਾ ਵੀ ਤੁਹਾਡਾ, ਰਿਮੋਟ ਵੀ ਤੁਹਾਡਾ, IPTV ਬਾਕਸ ਵੀ ਤੁਹਾਡਾ, ਸਾਡੇ ਕੋਲ ਲੈ ਕੇ ਆਉਣ ਦੀ ਲੋੜ ਵੀ ਨਹੀਂ। ਅਸੀਂ ਕਹਿੰਦੇ ਤੁਹਾਨੂੰ ਲੈਸ ਦੈਨ 10 ਦੇਵਾਂਗੇ। ਕਿਉਂ? ਸਾਡੇ ਪੇੜ 'ਚ ਲੱਤ ਮਾਰੀ ਸੀ, ਟੈਲੀਵਿਜ਼ਨ ਸਾਡਾ ਕੱਢ ਦਿੱਤਾ ਸੀ, ਚੰਗਾ ਭਲਾ ਚੱਲਦਾ ਸੀ, ਲੋਕ ਪੈਸੇ ਦੇ ਕੇ ਆਏ, ਕਹਿੰਦੇ ਅਸੀਂ ਸਾਲ ਦੇ ਆਏ ਪੈਸੇ, ਹੁਣ ਉਹ ਵੇਟ ਕਰਦੇ ਪਏ ਨੇ, ਹਜ਼ਾਰਾਂ ਪਰਿਵਾਰ ਆ ਗਏ ਨੇ। ਅਸੀਂ ਉਹ ਦੇਖੋ ਉਹਨਾਂ ਨੇ ਕਿੰਨੀ ਛਿੱਲ ਲੜਾਈ, ਕਿੰਨੀ ਮੋਟੀ ਕਰੀਮ ਖਾਧੀ, ਮਲਾਈ ਖਾਧੀ, ਹਾਂਜੀ ਫਟਣ ਤੇ ਆਏ ਪਏ ਨੇ, ਤੁਰਿਆ ਨਹੀਂ ਜਾਂਦਾ ਕਈਆਂ ਕੋ, ਹਾਂਜੀ ਪਤਾ ਹੀ ਕੋਈ ਨਹੀਂ ਵੀ ਧਨ ਦੌਲਤ ਕਿੱਥੇ ਰੱਖਣੀ ਹੈ। ਸੋ ਉਹਨਾਂ ਨੂੰ ਫਿੱਟਿਆ ਪਿਆ ਨੂੰ ਹੁਣ ਵੇਖੋ ਪਿੱਛੂ ਪਏ ਨੇ ਵੀ ਇਹ ਬਾਕੀਆਂ ਨੂੰ ਵੀ ਕਹਿੰਦੇ ਵੀ ਕੱਢੋ ਇਹਨੂੰ। ਮੈਂ ਕਿਹਾ ਕੱਢ ਦੋ ਸਾਰੇ, ਤੁਸੀਂ ਜੇ ਟਟੀਰੀ ਵਾਂਗੂ ਲੱਤਾਂ ਤਾਂ ਕਰਕੇ ਸੁੱਤੇ ਹੋ ਭਈ ਅਸੀਂ ਸਰਵਰ ਬਣਾ ਸਕਦੇ, ਸਰਵਰ ਹੋਰ ਵੀ ਬਣਾ ਸਕਦੇ, ਸਰਵਰ ਚੱਲਦੇ ਆ ਨਾ ਇੱਥੇ, ਤੇ ਜੇ ਤੁਸੀਂ ਆ ਤੇ ਅਸੀਂ ਵੀ ਕਰ ਲਾਂਗੇ। ਫਿਰ ਵੇਖੋ ਕਿੱਦੋਂ ਹੋਰ ਉਧਰ ਜੂਆ ਖਿੱਦੋ। ਹੁਣ ਤਾਂ ਤੁਸੀਂ 15-20 ਲੈਂਦੇ ਰਹੇ, ਲੋਕਾਂ ਦੇ ਸ਼ੈੱਲ ਲਾਉਂਦੇ ਹੋ, ਤੇ ਫਿਰ ਖਿੱਦੋ ਹੋਰ ਉਧਰ ਜੂ, ਫਿਰ ਕੀ ਆ, ਜਾਂ ਹੰਨੇ ਜਾਂ ਬੰਨੇ। ਸੋ ਜਿਨ੍ਹਾਂ ਨੇ ਸਾਡੇ ਕੋਲ ਸਰਵਿਸ ਲੈਣੀ ਆ ਉਹ ਲੈਸ ਦੈਨ $10 ਵੀ ਲੈ ਰਹੇ ਨੇ, ਤੇ ਜਿਹੜੇ 15 ਜਾਂ 20 ਜਾਂ $25 ਲੈਂਦੇ ਸੀ ਉਹ ਕਿੰਨੀ ਕਮਾਈ ਕਰਦੇ ਹੋਣਗੇ। ਹਜ਼ਾਰਾਂ ਕਸਟਮਰ ਨੇ ਉਹਨਾਂ ਕੋਲ, ਤੁਸੀਂ ਕੈਲਕੂਲੇਟ ਕਰਕੇ ਵੇਖੋ ਡਾਲਰਾਂ ਦੇ ਹਿਸਾਬ ਨਾਲ। ਇਹਨਾਂ ਕਾਲਰ ਨੇ ਅਗੇਨ ਟਰਾਇਲ ਲੈਣਾ ਚਾਹੁੰਦੇ ਹੋ 6475545859 647 554 58 ਨਾਲ। ਹਾਂਜੀ ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਪੱਟੀ ਸਾਹਿਬ ਉਹ ਥੋੜੀ ਜਿਹੀ ਦੇਰ ਪਹਿਲਾਂ ਤੁਸੀਂ ਜ਼ਿਕਰ ਕਰਦੇ ਸੀ ਉਹ ਆਪਣੇ ਲਿੰਗ ਟੈਸਟ ਦੇ ਬਾਰੇ ਨਾ ਜੀ ਜੀ ਜੀ। ਹਾਲਾਂਕਿ ਜੇ ਮੈਂ ਸ਼ਾਇਦ ਗਲਤ ਨਹੀਂ ਤਾਂ ਇੰਡੀਆ ਦੇ ਵਿੱਚ ਤਾਂ ਸ਼ਾਇਦ ਇਹ ਲਾ ਬਣ ਗਿਆ ਵੀ ਕੋਈ ਟੈਸਟ ਨਹੀਂ ਕਰ ਸਕਦਾ, ਇਹ ਕ੍ਰਾਈਮ ਆ, ਹਨਾ ਜੀ ਜੀ। ਹੁਣ ਅੱਛਾ, ਫਿਰ ਨਾਲ ਹੀ ਤੁਸੀਂ ਬਿਊਰੋਕ੍ਰੇਸੀ ਦੀ ਵੀ ਗੱਲ ਕੀਤੀ ਵੀ ਸਾਡੀ ਜਿਹੜੀ ਮਸ਼ੀਨਰੀ ਆ ਉਹ ਬਹੁਤ ਕੰਮ ਖਰਾਬ ਕਰਦੀ। ਬਿਲਕੁਲ ਸਰ ਠੀਕ। ਮੈਂ ਇੱਕ ਛੋਟਾ ਜਿਹਾ ਧਿਆਨ ਦਿਵਾਉਣਾ ਚਾਹੁੰਦਾ, ਫਿਰ ਤੁਸੀਂ ਆਪਣੇ ਉੱਤੇ ਦੱਸਿਓ। ਛੋਟਾ ਰੱਖਿਓ, ਮਿੰਟ ਅੱਧਾ ਹੀ ਆ ਆਪਣੇ ਕੋਲ। ਹਾਂਜੀ, ਦਿੱਲੀ ਦੀ ਜਿਹੜੀ ਆਪਣੇ ਆਮ ਆਦਮੀ ਪਾਰਟੀ ਦੀ ਉਹ ਹੈ ਨਹੀਂ ਮਾਲੀਵਾਲ, ਉਹ ਆਪਣੇ ਦਿੱਲੀ ਕਮਿਸ਼ਨ ਫਾਰ ਵੂਮਨ ਦੀ, ਉਹਨੇ ਪਿਛਲੇ 2 ਮਹੀਨੇ ਹੋਏ ਤਾਂ ਇੱਕ ਹਸਪੀਟਲ ਛਾਪਾ ਮਾਰ ਕੇ ਇੱਕ ਲੇਡੀ ਡਾਕਟਰ ਕਪਲ ਨੂੰ ਫੜਿਆ, ਉਹਨੀ ਮਸ਼ੀਨਾਂ ਸਾਰੀਆਂ ਫੜੀਆਂ। ਉਹ ਵੀਡੀਓ ਤੁਸੀਂ ਦੇਖ ਲਿਓ। ਉਹ ਮੈਡਮ ਨੂੰ ਕਈਆਂ ਉਹ ਉੱਥੇ ਨਾ ਲੈਕਚਰਬਾਜ਼ੀ ਤੇ ਕਰਦੀ ਰਹੀ, ਹਾਊ ਯੂ ਕੈਨ ਡੂ ਦਿਸ ਇਜ਼ ਕ੍ਰਾਈਮ ਬਲਾ ਬਲਾ ਬਲਾ, ਅੱਧਾ ਘੰਟਾ ਉਹ ਲੈਕਚਰਬਾਜ਼ੀ ਕਰਦੀ, ਲੇਕਿਨ ਉਹ ਮੈਡਮ ਨੇ ਉਹਦੇ ਤੇ FIR ਅੱਜ ਤੱਕ ਨਹੀਂ ਦਰਜ ਕਰਵਾਈ। ਅੱਛਾ, ਤੁਸੀਂ ਮੈਨੂੰ ਦੱਸੋ ਇੰਡੀਆ ਕਦੋਂ ਦੇ ਗਏ ਹੋ? ਭਾਜੀ ਬਹੁਤ ਦੇਰ ਹੋ ਗਈ। ਤਾਈਓ ਤੁਸੀਂ ਉਹ ਜਿਹੜੀ ਗੱਲ ਕਹੀ ਆ ਨਾ ਕਿ ਕਾਨੂੰਨ ਬਣ ਗਿਆ ਕ੍ਰਾਈਮ ਆ, ਜਿੱਥੇ ਲਿਖਿਆ ਨਾ ਇੱਥੇ ਲਿੰਕ ਟੈਸਟ ਨਹੀਂ ਹੁੰਦੇ, ਸਭ ਤੋਂ ਜ਼ਿਆਦਾ ਪਾਪ ਉੱਥੇ ਹੁੰਦਾ। ਭਾਜੀ ਕਿੱਥੇ ਰਹਿੰਦੇ ਹੋ? ਬਾਕੀ ਦੁਨੀਆ ਭਰ ਦੀ ਖਬਰ ਤੁਸੀਂ ਸਾਨੂੰ ਸੁਣਾਉਂਦੇ ਹੋ। ਇੰਨੇ ਭੋਲੇ ਨਾ ਬਣਿਆ ਕਰੋ ਯਾਰ। ਮੈਂ ਬਿਊਰੋਕ੍ਰੇਸੀ ਦੀ ਗੱਲ ਕਰਦਾ। ਉਹ ਬਿਊਰੋਕ੍ਰੇਸੀ ਕਾਦੀ ਬਿਊਰੋਕ੍ਰੇਸੀ? ਉੱਥੇ ਉਹਨੇ ਫੜ ਵੀ ਲਈ, ਫੇਰ ਵੀ ਉਹਦੇ ਤੇ FIR ਨਹੀਂ ਉਹਨੇ ਦਰਜ ਕਰਵਾਈ। ਬਸ ਪੱਟੀ ਸਾਹਿਬ ਦੱਸਿਓ ਜਰਾ ਕਵੀਰ ਜੀ ਨੂੰ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਅਸੀਂ ਤਾਂ ਪਹਿਲਾਂ ਕਹਿਤਾ ਜੀ ਬਿਊਰੋਕ੍ਰੇਸੀ ਜਿਹੜੀ ਆ ਉਹ ਬਿਲਕੁਲ ਗੜਬੜ ਕਰ ਰਹੀ ਆ, ਉਹ ਕੰਮ ਨਹੀਂ ਕਰਨ ਦਿੰਦੀ। ਸਿਰਫ ਉਹੀ ਅੰਡੇ ਵਰਤੇ ਸਿਆਸਤ ਜਾਂ ਜੇ ਉਹਨਾਂ ਦੀ ਨੀਅਤ ਸਾਫ਼ ਤੇ ਕੰਮ ਕਰਨਾ ਚਾਹੁੰਦੇ ਕਰ ਸਕਦੇ ਨੇ, ਅਦਰ ਜੀ ਬਿਊਰੋਕ੍ਰੇਸੀ ਸਾਰੇ ਗਲਤ ਕੰਮ ਕਰਾਉਂਦੀ ਆ। ਬਿਊਰੋਕ੍ਰੇਸੀ ਨੂੰ ਨੱਥ ਪਾਉਣ ਦੀ ਲੋੜ, ਔਰ ਉਹ ਜਿੰਨੇ ਵੀ ਕੰਮ ਜਿੰਨਾ ਵੀ ਲੋਕਾਂ ਦੀ ਤੇ ਸਰਕਾਰ ਦੀ ਇਹ ਜਿਹੜੀ ਆ ਪਾੜੇ ਪਾਉਂਦੀ ਬਿਊਰੋਕ੍ਰੇਸੀ ਪਾਉਂਦੀ। ਬਾਕੀ ਸਰਕਾਰ ਦੇ ਵਿੱਚ ਕਿ ਬੰਦੇ ਚੰਗੇ ਵੀ ਹੈਗੇ ਆ,
ਜਿਹੜੇ ਲੋਕਾਂ ਦੇ ਕੰਮ ਕਰਨਾ ਚਾਹੁੰਦੇ ਕਿ ਅਸੀਂ ਲੋਕਾਂ ਦੀ ਕੋਈ ਮਦਦ ਕਰੀਏ ਮਾੜੀ ਮੋਟੀ, ਲੇਕਿਨ ਨਹੀਂ ਬਿਊਰੋਕ੍ਰੇਸੀ ਕਰਨ ਦਿੰਦੀ। ਬਿਊਰੋਕ੍ਰੇਸੀ ਸਾਡੇ ਇੰਡੀਆ 'ਚ ਬਹੁਤ ਜ਼ਿਆਦਾ ਜਿਹੜੀ ਤਾਂ ਹੈਵੀ ਹੋ ਚੁੱਕੀ ਹਰ ਖੇਤਰ ਦੇ ਵਿੱਚ। ਐਜੂਕੇਟ ਤੁਸੀਂ ਵੇਖੋ, ਕੈਪਟਨ ਸਾਹਿਬ ਨੇ ਸੱਚ ਬੋਲ ਨਹੀਂ ਦਿੱਤਾ। ਮੈਂ ਦੁਪਾਲ ਸਾਹਿਬ ਨੂੰ ਮਿਲਿਆ ਜੀ ਜਾ ਕੇ, ਉਹਨਾਂ ਨੇ ਗੱਲ ਕੀਤੀ, ਕਾਨੂੰਨ ਵਾਪਸ ਲੈ ਲਈ। ਠੀਕ ਹੈ ਜੀ। ਅੱਛਾ, ਇੱਕ ਗੱਲ ਹੈ, ਕੈਪਟਨ ਸਾਹਿਬ ਬਹੁਤ ਲੇਟ ਹੋ ਗਏ, ਥੋੜਾ ਜਿਹਾ ਪਹਿਲਾਂ ਬੋਲ ਦੇਣਾ ਚਾਹੀਦਾ ਸੀਗਾ। ਬਈ ਹੌਸਲਾ ਰੱਖੋ, ਕਾਨੂੰਨ ਵਾਪਸ ਹੋਣਗੇ, ਮੇਰੀ ਗੱਲ ਹੋ ਗਈ ਹੈ। ਪਰ ਆਹ ਗੱਲ ਉਹਨਾਂ ਨੇ ਪਹਿਲਾਂ ਕਹਿ ਦਿੱਤੀ ਹੋਣੀ ਆ ਵੀ ਗੱਲ ਉਹੀ ਕਰਨੀ ਹੈ ਜੋ ਸਾਡੇ ਮਨ ਪਾਉਂਦੀ ਹੈ। ਜੇ ਕੈਪਟਨ ਸਾਹਿਬ ਤੁਹਾਡੀ ਗੱਲ ਹੋ ਚੁੱਕੀ ਸੀ, ਸਿਆਣੇ ਹੋ, ਸੀਨੀਅਰ ਹੋ, ਸਾਡੀ ਉਮਰ ਦੇ ਉੱਤੇ ਤੁਹਾਡੇ ਬੱਚੇ ਵੀ ਨੇ, ਤੇ ਫਿਰ ਤੁਸੀਂ ਡੋਪਾਲ ਸਾਹਿਬ ਨਾਲ ਆ ਕੇ ਇੱਕ ਸੈਕਿੰਡ ਲਈ ਕਹਿ ਦਿੰਦੇ ਮੇਰੀ ਗੱਲ ਹੋ ਗਈ ਆ, ਖੇਤੀ ਕਾਨੂੰਨ ਵਾਪਸ ਹੋਣਗੇ। ਆ ਪੰਜਾਬੀਆਂ ਨੇ ਤੁਹਾਨੂੰ ਕਾਂਗਰਸ ਛੱਡਣ ਨਹੀਂ ਦੇਣੀ ਤੇ ਤੁਹਾਡੇ ਮਤਲਬ ਮੋਤੀ ਮਹਿਲ ਨੂੰ ਹਾਰਨਾ ਪਰੋਦਣਾ ਹੈਗਾ। ਤੁਸੀਂ ਕਿੱਥੇ ਕੀ ਯਾਰ, ਕਿਹੜੀ ਰਾਜਨੀਤੀ ਹੁਣ? ਇੰਨੇ ਭੋਲੀ ਥੋੜੀ ਰਹਿ ਗਈ ਦੁਨੀਆ ਹੁਣ, ਹਨਾ? ਠੀਕ ਹੈ, ਸਮਾਂ ਹੋ ਗਿਆ, ਫਿਰ ਸਵੇਰੇ ਮਿਲਦੇ ਆ ਪੱਟੀ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ। ਸਵੇਰੇ ਵੀ ਹੱਥ ਆਪਾਂ ਇਕੱਠੇ ਬੁਲਾਉਣੇ ਨੇ। ਤੇ ਹੁਣ ਮੈਂ ਕਰਦਾ ਕੁਝ ਪਲ ਲਈ ਰੈਸਟ, ਤੁਸੀਂ ਕਰੋ ਕੰਮਕਾਰ ਤੇ ਦਿਓ ਛੁੱਟੀਆਂ ਜੀ। ਬੁਲਾਈਏ ਫਤਿਹ ਫਿਰ ਇਕੱਠੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।